हमरी बिद होती मेरे सतगुरा। सा बिद तुम हर जानो आपे। हम रुलते फिरते कोई बात ना पूछता। गुर सतगुर संग कीरे हम थापे। हम रुलते फिरते कोई बात न पूछता। गुर सतगुर संग कीरे हम थापे। हम कीरे किरम सतगुर शरणाई। हम कीरे किरम सतगुर शरणाई। धन वाहिगुरु साहिब जी। आनंद पाया मेरी माए सतगुरु मैं पाया। सतगुर तां पाया सहज सेती। मन वजियां वधाइयां राग रतन परवार परियां। शबद गावण आइयां शब्दो तां गावो हरि केरा। मन जिनी वसाया कह नानक आनंद होआ। सतगुरु मैं पाया कह नानक आनंद होआ। सतगुरु मैं पाया। जुगो जुग अटल चवर छतर तख्त दे मालक साहिब सच्चे पातशाह शब्द गुरु गुरु ग्रंथ साहब पातशाह जी की पावन पवित्र मुबारक गोद ਦੇ ਅੰਦਰ ਅਤੇ ਆਪੋ ਆਪਣੇ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀਆਂ ਬਾਣੀਆਂ ਦੇ ਨਾਲ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਜੁੜ ਮਿਲ ਬੈਠੇ ਸਤਸੰਗੀ ਜਨੋ। ਦਾਤੇ ਦੀ ਅਪਾਰ ਕਿਰਪਾ ਬਖਸ਼ਿਸ਼ ਹੋਈ ਹੈ। ਰਲ ਮਿਲ ਕੇ ਜੁੜ ਮਿਲ ਬੈਠਣ ਦਾ ਔਰ ਅੰਮ੍ਰਿਤ ਵੇਲੇ ਦਾ ਇਹ ਸੁਭਾਗ ਸਮਾਂ ਅਵਸਰ ਪ੍ਰਾਪਤ ਹੋਇਆ ਹੈ। ਇੱਕ ਨਵੀਂ ਸਵੇਰ ਇੱਕ ਹੋਰ ਦਿਨ ਦਾਤੇ ਨੇ ਤਰਸ ਕਰਕੇ ਬਖਸ਼ਿਆ ਹੈ ਤੇ ਇਸ ਸਮੇਂ ਨੂੰ ਸੰਭਾਲਦਿਆਂ ਹੋਇਆਂ, ਇਸ ਸਮੇਂ ਨੂੰ ਸਫਲ ਕਰਦਿਆਂ ਹੋਇਆਂ, ਇਸ ਸਮੇਂ ਨੂੰ ਲੇਖੇ ਵਿੱਚ ਲਾਉਂਦਿਆਂ ਹੋਇਆਂ ਰਲ ਮਿਲ ਕੇ ਆਪਾਂ ਨੇ ਨਿਤਨੇਮ ਦੀਆਂ ਬਾਣੀਆਂ ਦੇ ਨਾਲ ਸਾਂਝਾ ਪਾਈਆਂ ਨੇ। ਉਪਰੰਤ ਜੋ ਪਾਵਨ ਉਪਦੇਸ਼ ਧੰਨ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਦਾ ਆਨੰਦ ਬਾਣੀ ਦੇ ਅੰਦਰ ਜੋ ਆਪਾਂ ਪਾਠ ਰੂਪ ਵਿੱਚ ਵੀ ਸ਼ਰਵਣ ਕੀਤਾ ਹੈ। ਆਨੰਦ ਸਾਹਿਬ ਦਾ ਪਾਠ ਹਰ ਰੋਜ਼ ਪੜ੍ਹਨੇ ਆ ਤੇ ਇਸ ਪਾਵਨ ਗੁਰਬਾਣੀ ਦਾ ਜੋ ਮੂਲ ਅਰਥ ਹੈ
ਉਸ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ ਕਿ ਗੁਰੂ ਅਮਰਦਾਸ ਪਾਤਸ਼ਾਹ ਜੀ ਆਨੰਦ ਸਾਹਿਬ ਦੀਆਂ 40 ਪੌੜੀਆਂ ਦੇ ਅੰਦਰ ਜੋ ਸਾਨੂੰ ਉਪਦੇਸ਼ ਦਿੰਦੇ ਨੇ, ਸਿਧਾਂਤ ਬਖਸ਼ਦੇ ਨੇ, ਉਹਨੂੰ ਵਿਚਾਰਦਿਆਂ ਹੋਇਆਂ, ਸਮਝਦਿਆਂ ਹੋਇਆਂ ਆਪਣੇ ਜੀਵਨ ਦੇ ਅੰਦਰ, ਆਪਣੇ ਰੋਜ਼ਨਾਮਚੇ ਦੇ ਵਿੱਚ ਢਾਲਣ ਦਾ ਯਤਨ ਕਰਨਾ ਹੈ। ਆਨੰਦ ਬਾਣੀ ਦੇ ਵਿੱਚੋਂ ਆਪ ਜੀ ਦੇ ਸਨਮੁਖ ਪਹਿਲੀ ਪੌੜੀ ਦਾ ਪਾਠ ਕੀਤਾ ਗਿਆ ਹੈ, ਆਪ ਜੀ ਨੇ ਸ਼ਰਵਣ ਕੀਤਾ ਹੈ। ਤਕਰੀਬਨ ਸਭ ਨੂੰ ਇਹ ਪਾਵਨ ਜੋ ਪੌੜੀ ਪਹਿਲੀ ਹੈ, ਆਨੰਦ ਭਇਆ ਮੇਰੀ ਮਾਏ, ਸਾਰਿਆਂ ਨੂੰ ਪੜ੍ਹਨੀ ਆਉਂਦੀ ਹੋਵੇਗੀ, ਕਿਉਂਕਿ ਆਮ ਇਹ ਆਪਾਂ ਪੜ੍ਹਦੇ ਰਹਿੰਦੇ ਹਾਂ। 6 ਪੌੜੀਆਂ ਤਕਰੀਬਨ ਹਰੇਕ ਦੇ ਜ਼ੁਬਾਨੀ ਯਾਦ ਹੁੰਦੀਆਂ ਨੇ। ਅਤੇ ਜਦੋਂ ਆਪਾਂ ਸਾਰੀ ਆਨੰਦ ਬਾਣੀ ਨੂੰ, ਆਨੰਦ ਸਾਹਿਬ ਦੇ ਪਾਠ ਨੂੰ ਵੇਖਾਂਗੇ, 40 ਪੌੜੀਆਂ ਨੇ ਗੁਰੂ ਅਮਰਦਾਸ ਪਾਤਸ਼ਾਹ ਵੱਲੋਂ ਉਚਾਰਨ ਕੀਤੀਆਂ ਹੋਈਆਂ। ਇਹਨਾਂ ਦਾ ਜਿਹੜਾ ਮੂਲ ਭਾਵ ਹੈ, ਜਿਹੜਾ ਕੇਂਦਰ ਹੈ, ਉਹ ਆਨੰਦ ਹੈ। ਆਨੰਦ ਤੇ ਜਦੋਂ ਪਾਵਨ ਗੁਰਬਾਣੀ ਦੀ ਵਿਚਾਰ ਸ਼ੁਰੂ ਹੁੰਦੀ ਹੈ, ਸਤਿਗੁਰੂ ਜੀ ਗੱਲ ਆਖਦੇ ਨੇ, ਆਨੰਦ ਭਇਆ ਮੇਰੀ ਮਾਏ, ਆਨੰਦ ਆ ਗਿਆ। ਤੇ ਅਖੀਰਲੀ ਜਦੋਂ ਪੌੜੀ ਪੜ੍ਹਦੇ ਹਾਂ, ਚੌਥੀ ਪੌੜੀ 40ਵੀਂ ਪੌੜੀ ਦਾ ਜਦੋਂ ਪਾਠ ਕਰਦੇ ਹਾਂ, ਤੇ ਉੱਥੇ ਵੀ ਸਤਿਗੁਰੂ ਜੀ ਇਹੀ ਉਪਦੇਸ਼ ਦਿੰਦੇ ਨੇ, ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ। ਆਨੰਦ ਨੂੰ ਚਿੱਤ ਵਿੱਚ ਧਾਰਨ ਕਰੋ, ਆਨੰਦ ਨੂੰ ਸਮਝੋ, ਆਨੰਦ ਨੂੰ ਪੜ੍ਹੋ। ਤੇ ਕਹਿੰਦੇ ਕਿ ਇਹ ਸੁਣੋ ਕਿ ਆਨੰਦ ਇਹ ਹੈ ਜਿੱਥੇ ਜਾ ਕੇ ਸਗਲ ਮਨੋਰਥ ਪੂਰੇ, ਜਿੱਥੇ ਜਾ ਕੇ ਮਨ ਦੀਆਂ ਇੱਛਾਵਾਂ, ਮਨ ਦੀਆਂ ਕਾਮਨਾਵਾਂ ਖਤਮ ਹੋ ਜਾਂਦੀਆਂ ਨੇ, ਉਹ ਆਨੰਦ ਅਵਸਥਾ ਹੈ। ਆਨੰਦ ਸੁਣੋ ਵਡਭਾਗੀਓ, ਹੇ ਵਡਭਾਗੀ ਜਨੋ, ਸੁਣੋ ਆਨੰਦ ਹੈ ਕਿ ਕਹਿੰਦੇ ਆਨੰਦ ਸੁਣੋ ਵਡਭਾਗੀਓ, ਸਗਲ ਮਨੋਰਥ ਪੂਰੇ, ਜਿੱਥੇ ਮਨ ਦੀਆਂ ਦੌੜਾਂ ਖਤਮ ਹੋ ਜਾਣ, ਜਿੱਥੇ ਸਾਰੇ ਸੰਕਲਪ ਨੇਪਰੇ ਚੜ੍ਹ ਜਾਂਦੇ ਹੋਣ, ਉਹ ਹੈ ਆਨੰਦ ਅਵਸਥਾ, ਉਹਨੂੰ ਕਹਿੰਦੇ ਨੇ ਆਨੰਦ। ਤੇ 40 ਪੌੜੀਆਂ ਨੇ ਜਿਹੜੀਆਂ, ਇਹਨਾਂ ਦੇ ਵਿੱਚ ਸਤਿਗੁਰੂ ਜੀ ਨੇ ਸਫ਼ਰ ਕੀਤਾ, 40 ਪੌੜੀਆਂ ਦੇ ਰਾਹੀਂ ਸਮਝਾਉਣ ਦਾ ਯਤਨ ਕੀਤਾ। ਤੇ ਇਹਨਾਂ ਦੇ ਨਾਲ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਆਨੰਦ ਪ੍ਰਾਪਤ ਕਿਵੇਂ ਹੋ ਸਕਦਾ ਹੈ, ਆਨੰਦ ਕਿਵੇਂ ਪ੍ਰਾਪਤ ਹੋਵੇ। 40 ਪੌੜੀਆਂ ਨੂੰ ਕਦੇ ਸਮਝਿਓ ਇੱਕ ਵਿਸਥਾਰ 'ਚ, ਇੱਕ ਲੜੀ 'ਚ, ਤੇ ਸਤਿਗੁਰੂ ਜੀ ਜੀਵਨ ਦੇ ਵਿੱਚ ਆਨੰਦ ਕਿਵੇਂ ਲੈ ਕੇ ਆਉਣਾ ਉਹ ਸਾਰਾ ਸਮਝਾਉਣਗੇ। ਤੇ ਦਾਤਾ ਰਹਿਮਤ ਕਰੇ, ਆਪਾਂ ਅੱਜ ਦੀ ਪਹਿਲੇ ਜੋ ਪੌੜੀ ਆਪ ਜੀ ਦੇ ਨਾਲ ਸਾਂਝੀ ਕੀਤੀ ਆ ਪਾਠ ਰੂਪ ਦੇ ਵਿੱਚ, ਹਰ ਰੋਜ਼ ਭਾਵੇਂ ਆਪਾਂ ਸਾਰਾ ਪਾਠ ਨਿਤਨੇਮ ਦੀਆਂ ਬਾਣੀਆਂ ਦੇ ਵਿੱਚ ਸਮਝਦੇ ਹਾਂ। ਤੇ ਪਹਿਲੀ ਪੌੜੀ ਦੀ ਵਿਚਾਰ ਆਪਾਂ ਆਰੰਭ ਕਰੀਏ। ਦਾਤਾ ਰਹਿਮਤ ਕਰੇ। ਤੇ ਬੇਨਤੀ ਹੈ ਭਾਈ ਸੰਗਤਾਂ ਨੂੰ, ਜੋ ਵੀ ਅਜੇ ਤੱਕ ਗੁਰਦਰਬਾਰ ਵਿੱਚ ਨਹੀਂ ਪਹੁੰਚੀਆਂ, ਸੋ ਭਾਈ ਜ਼ਰੂਰ ਹਾਜ਼ਰੀ ਭਰਨ ਦੀ ਕੋਸ਼ਿਸ਼ ਕਰਿਆ ਕਰੋ, ਤਾਂ ਜੋ ਸਾਡੀ ਚਿੱਤ ਦੇ ਵਿੱਚ, ਸਾਡੀ ਜ਼ਿੰਦਗੀ ਦੇ ਵਿੱਚ, ਸਾਡੇ ਜੀਵਨ ਦੇ ਵਿੱਚ ਆਨੰਦ ਹੈ, ਜੋ ਜਿਹਦੀ ਗੁਰੂ ਅਮਰਦਾਸ ਪਾਤਸ਼ਾਹ ਜੀ ਹਰ ਰੋਜ਼ ਗੱਲ ਕਰਦੇ ਨੇ। ਤੇ ਉਸੇ ਆਨੰਦ ਦਾ ਭਾਗ, ਉਸੇ ਆਨੰਦ ਬਾਣੀ ਦੇ ਵਿੱਚ ਸਤਿਗੁਰੂ ਜੀ ਆਨੰਦ ਦੀ ਅਵਸਥਾ ਜਦੋਂ ਪੇਸ਼ ਕਰਦੇ ਨੇ ਕਿ ਆਨੰਦ ਆਵੇ ਕਿਵੇਂ, ਤਾਂ ਉਹ ਇਹ ਵੀ ਪੱਖ ਰੱਖਦੇ ਨੇ ਕਿ ਸਭ ਤੋਂ ਪਹਿਲ ਤੇ ਤੈਨੂੰ ਆਉਣਾ ਪੈਣਾ ਹੈ। ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਇਹ ਵੀ ਆਨੰਦ ਲੈਣ ਦੇ ਲਈ ਆਹ ਦਰ 'ਤੇ ਵੀ ਆਉਣਾ ਪੈਣਾ ਹੈ, ਆਹ ਪੜਾਅ ਵੀ ਤੈਨੂੰ ਤੈਅ ਕਰਨਾ ਪੈਣਾ ਹੈ।
ਤੇ ਦਾਤਾ ਰਹਿਮਤ ਕਰੇ ਆਪਾਂ ਪੌੜੀ ਦੀ ਵਿਚਾਰ ਨੂੰ ਆਰੰਭ ਕਰ ਸਕੀਏ। ਸਭ ਤੋਂ ਪਹਿਲ ਤੇ ਗੁਰਦਰਬਾਰ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਵੱਲੋਂ ਬਖਸ਼ੀ ਹੋਈ ਫਤਿਹ ਦੇ ਨਾਲ ਪਾ ਲਈਏ ਜੀ ਸਾਂਝ। ਇੱਕੇ ਵਾਰ ਕਹਿਣ ਤੇ ਸਾਰੀ ਸੰਗਤ ਬੋਲਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਾਵਨ ਗੁਰਬਾਣੀ ਨੂੰ ਉਚਾਰਨ ਦਾ ਮਕਸਦ ਹੀ ਇਹ ਹੈ ਕਿ ਜਿਹੜੀਆਂ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਨੇ ਉਹ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣ, ਉਹ ਸਾਡੀ ਜ਼ਿੰਦਗੀ ਦਾ ਆਧਾਰ ਬਣਨ। ਸਿਰਫ ਇੱਥੋਂ ਤੱਕ ਸੀਮਤ ਨਹੀਂ ਹੋ ਜਾਂਦਾ ਕਿ ਅਸੀਂ ਆਪ ਪੜ੍ਹ ਲਈਏ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਬਸ ਪੜ੍ਹਨ ਤੱਕ। ਵੇਖੋ ਕਿ ਆਹ ਗੱਲ ਲਿਖੀ ਗਈ ਹੈ ਤਾਂ ਇਹਦਾ ਕੋਈ ਮਕਸਦ ਹੋਣਾ ਹੈ, ਕੁਝ ਨਾ ਕੁਝ ਇਹਦੇ ਵਿੱਚੋਂ ਪ੍ਰਾਪਤੀ ਹੋਣੀ ਹੈ। ਕਿਤੇ ਐਵੇਂ ਤਾਂ ਨਹੀਂ ਕਹਿ ਦਿੱਤਾ। ਆਨੰਦ ਵਾਲੀ ਗੱਲ ਹੈ ਜਿਹੜੀ, ਆਨੰਦ ਖੁਸ਼ੀ ਆਨੰਦ ਵਾਲੀ ਗੱਲ ਹੈ, ਜਿਹੜਾ ਖਿੜਾਓ ਵਾਲੀ ਗੱਲ ਹੈ, ਵਿਕਾਸ ਵਾਲੀ ਗੱਲ ਹੈ, ਇਹ ਆਉਂਦੀ ਵੀ ਹੈ। ਤੇ ਸਤਿਗੁਰੂ ਜੀ ਨੇ ਲਿਖਿਆ ਇਹ ਤਾਂ ਪੱਕਾ ਇਹ ਗੱਲ ਸੱਚਾਈ ਹੈ ਕਿ ਆਨੰਦ ਵਾਲੀ ਅਵਸਥਾ ਬਣਦੀ ਵੀ ਹੈ, ਪਰ ਕੋਸ਼ਿਸ਼ ਜੇ ਕਰਾਂਗੇ ਤਾਂ ਕਿਤੇ ਜਾ ਕੇ ਬਣਦੀ ਹੈ। ਤੇ ਸਤਿਗੁਰੂ ਜੀ ਪਹਿਲੀ ਪੰਕਤੀ ਵਿੱਚ ਉਚਾਰਨ ਕਰਦੇ ਨੇ, ਕਹਿੰਦੇ ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ। ਹੇ ਮੇਰੀ ਮਾਂ, ਮਾਂ ਮਤਲਬ ਮੇਰੀ ਮੱਤ ਦੀ ਗੱਲ ਕਰਦੇ ਨੇ। ਮੱਤ ਮਾਤਾ ਸੰਤੋਖ ਪਿਤਾ। ਗੁਰਬਾਣੀ ਦੇ ਵਿੱਚ ਜਦੋਂ ਮਾਂ ਦੀ ਗੱਲ ਆਵੇਗੀ ਨਾ, ਤੇ ਇੱਕ ਦੁਨਿਆਵੀ ਮਾਂ 'ਤੇ ਵੀ ਗੱਲ ਲਾਈ ਹੈ। ਤੇ ਜਦੋਂ ਭਾਵ ਅਰਥਾਂ ਦੇ ਵਿੱਚ ਸਮਝਾਂਗੇ, ਬੰਦੇ ਦੀ ਮਾਂ ਜਿਹੜੀ ਮੱਤ ਬਣਦੀ ਹੈ, ਕਿਉਂਕਿ ਮੱਤ ਦੇ ਅਕੋਰਡਿੰਗ ਬੰਦਾ ਜ਼ਿੰਦਗੀ ਜਿਉਂਦਾ ਹੈ, ਮੱਤ ਦੇ ਅਨੁਸਾਰ ਹੀ ਹੋ ਕੇ। ਜਿਵੇਂ ਦੀ ਮੱਤ ਸਮਝ ਦਿੰਦੀ ਹੈ ਬੰਦਾ ਉਵੇਂ ਚੱਲਦਾ, ਜਿਵੇਂ ਦੀ ਮੱਤ ਕੰਮ ਕਰਦੀ ਹੈ। ਮਾਇਆ ਮਾਤਾ ਮੱਤ, ਤੇ ਇਹ ਮੱਤ ਵੀ ਜੇ ਤਾਂ ਗੁਰੂ ਵਾਲੀ ਹੋਵੇ ਤਾਂ ਬੰਦੇ ਨੂੰ ਚੰਗੀ ਸੋਝੀ ਦਿੰਦੀ ਹੈ, ਚੰਗਾ ਜੀਵਨ ਬਣਾਉਣ ਦੀ ਸੋਝੀ ਦਿੰਦੀ ਹੈ, ਚੰਗੇ ਕੰਮ ਕਰਨ ਦੀ ਸੋਝੀ ਦਿੰਦੀ ਹੈ। ਜੇ ਇਹੀ ਮੱਤ ਮਾਇਆ ਵਾਲੀ ਬਣ ਜਾਵੇ, ਇਹੀ ਮੱਤ ਵਿਕਾਰਾਂ ਵਾਲੀ ਬਣ ਜਾਵੇ, ਇਹੀ ਮੱਤ ਜੇ ਮੈਲੀ ਹੋ ਜਾਵੇ ਤਾਂ ਬੰਦੇ ਦਾ ਜੀਵਨ ਤਬਾਹ ਵੀ ਕਰ ਦਿੰਦੀ ਹੈ ਇਹੀ ਮੱਤ। ਤੇ ਇੱਥੇ ਸਤਿਗੁਰੂ ਜੀ ਗੱਲ ਕਰਦੇ ਨੇ, ਕਹਿੰਦੇ ਮੇਰੀ ਮੱਤ ਨੂੰ ਆਨੰਦ ਆ ਗਿਆ, ਮੇਰੀ ਮਾਂ ਨੂੰ ਆਨੰਦ ਆਇਆ ਹੈ, ਕਿਉਂਕਿ ਮੇਰੀ ਮਾਂ ਨੂੰ ਸਤਿਗੁਰੂ ਮਿਲ ਗਿਆ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਆਨੰਦ ਆ ਗਿਆ, ਹੇ ਮੇਰੀ ਮਾਂ ਆਨੰਦ ਆ ਗਿਆ, ਕਿਉਂਕਿ ਸਤਿਗੁਰੂ ਮੈਂ ਪਾਇਆ। ਸਤਿਗੁਰੂ ਨੂੰ ਮੈਂ ਪਾ ਲਿਆ, ਸਤਿਗੁਰੂ ਨੂੰ ਮੈਂ ਪ੍ਰਾਪਤ ਕਰ ਲਿਆ, ਸਤਿਗੁਰੂ ਨੂੰ ਮੈਂ ਮਿਲ ਲਿਆ। ਖਿੜਾਓ ਪੈਦਾ ਹੋ ਗਿਆ ਚਿੱਤ ਦੇ ਅੰਦਰ, ਆਨੰਦ ਪੈਦਾ ਹੋ ਗਿਆ। ਤੇ ਇੱਥੇ ਗੱਲ ਸ਼ੁਰੂ ਹੁੰਦੀ ਹੈ, ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਇੱਥੋਂ ਗੱਲ ਸ਼ੁਰੂ ਕਰਕੇ ਸਤਿਗੁਰੂ ਜੀ 40 ਪੌੜੀਆਂ ਦੇ ਵਿੱਚ ਸਮਝਾਉਂਦੇ ਨੇ ਕਿ ਪ੍ਰਾਪਤ ਹੋਇਆ ਕਿਵੇਂ। ਪ੍ਰਾਪਤ ਕਰਨਾ ਏ ਤਾਂ ਆਹ ਜਿਹੜੇ ਕੰਮ ਨੇ ਸਾਰੇ ਕਰਨੇ ਪੈਣੇ ਨੇ। 40 ਪੌੜੀਆਂ ਧਿਆਨ ਦੇ ਨਾਲ ਸਮਝਿਓ ਸਾਰੀਆਂ, ਕਦੇ ਇੱਕ ਲੜੀ ਦੇ ਵਿੱਚ ਪਰੋ ਕੇ ਉਹਨਾਂ ਸਾਰੀਆਂ ਗੱਲਾਂ 'ਤੇ ਚੱਲਣਾ ਪੈਣਾ ਏ। ਉਹ ਪੌੜੀਆਂ ਨੇ ਜਿਹੜੀਆਂ ਚੜ੍ਹਨੀਆਂ ਪੈਣਗੀਆਂ, ਫੇਰ ਕਿਤੇ ਜਾ ਕੇ ਆਨੰਦ ਮਿਲੇਗਾ। ਫਿਰ ਅਖੀਰ 'ਤੇ ਜਾ ਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਆਹ ਜਿਹੜੀਆਂ ਸਾਰੀਆਂ ਪੌੜੀਆਂ ਜੇ ਤੂੰ ਪਾਰ ਕਰ ਲਈਆਂ ਨਾ, ਤੇਰੇ ਮਨ ਦੀਆਂ ਇੱਛਾਵਾਂ ਸਾਰੀਆਂ ਪੂਰੀਆਂ ਹੋ ਜਾਣੀਆਂ, ਤੇਰੀਆਂ ਮਨ ਦੀਆਂ ਭੁੱਖਾਂ ਖਤਮ ਹੋ ਜਾਣਗੀਆਂ। ਫਿਰ ਉੱਥੇ ਜਾ ਕੇ ਸਤਿਗੁਰੂ ਜੀ ਕਹਿੰਦੇ ਨੇ ਆਹ ਆਨੰਦ ਦੀ ਵਿਆਖਿਆ ਸੁਣੋ ਹੇ ਵਡਭਾਗੀਓ, ਆਹ ਆਨੰਦ ਨੂੰ ਸੁਣੋ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰੂ ਨੂੰ ਮੈਂ ਪਾ ਲਿਆ, ਸਤਿਗੁਰੂ ਦੇ ਨਾਲ ਮੇਰਾ ਮਿਲਾਪ ਹੋ ਗਿਆ, ਸਤਿਗੁਰੂ ਦੇ ਨਾਲ ਮੇਰਾ ਮਿਲਾਪ ਹੋ ਗਿਆ। ਕਿਹੜੇ ਸਤਿਗੁਰੂ ਦੇ ਨਾਲ? ਕਿੱਥੇ ਰਹਿੰਦਾ ਹੈ? ਕਿਹੋ ਜਿਹਾ ਹੈ? ਕਿਹੋ ਜਿਹਾ ਸਤਿਗੁਰੂ ਹੈ? ਕਿੱਥੇ ਰਹਿੰਦਾ ਹੈ? ਕਿਹੜਾ ਹੈ ਸਤਿਗੁਰੂ?
ਤੇ ਪਾਵਨ ਗੁਰਬਾਣੀ ਦੇ ਵਿੱਚੋਂ ਆਪਾਂ ਸਮਝਣ ਦਾ ਯਤਨ ਕਰਾਂਗੇ ਸਤਿਗੁਰੂ ਜੀ ਕਿਹੜੇ ਸਤਿਗੁਰੂ ਦੀ ਗੱਲ ਕਰਦੇ ਨੇ, ਕਿਹੜੇ ਗੁਰੂ ਦੇ ਨਾਲ ਮਿਲਣ ਦੀ। ਹੁਣ ਇੱਥੇ ਦੁਨੀਆ ਦੇ ਵਿੱਚ ਸਤਿਗੁਰੂ ਤਾਂ ਬੜੇ ਮਿਲੇ ਹੋਏ ਨੇ, ਬੜੇ ਬਣ ਕੇ ਬੈਠੇ ਹੋਏ ਨੇ, ਆਪਣੇ ਆਪ ਨੂੰ ਹਰੇਕ ਸਤਿਗੁਰੂ ਹੀ ਅਖਵਾਉਂਦਾ ਏ। ਬੜੇ ਸਤਿਗੁਰੂ ਨੇ, ਬੜੇ ਦਾਤੇ ਨੇ, ਬੜੇ ਗੁਰੂ ਬਣੇ ਬੈਠੇ ਨੇ ਇੱਥੇ। ਅੱਜ ਦੀ ਗੱਲ ਨਹੀਂ, ਸਮੇਂ ਤੋਂ ਪਹਿਲਾਂ ਤੋਂ ਹੀ ਚੱਲਦੇ ਆ ਰਹੇ ਨੇ। ਗੁਰੂ ਸਾਹਿਬਾਨਾਂ ਵਾਲੇ ਵੀ ਬਹੁਤ ਨੇ, ਉਦੋਂ ਵੀ ਬੜੇ ਨੇ, ਉਦੋਂ ਵੀ ਬੈਠੇ ਨੇ, ਉਦੋਂ ਵੀ ਮੰਜੀਆਂ ਢਾਹ ਕੇ ਬਹਿ ਜਾਂਦੇ ਨੇ, ਅੱਜ ਵੀ ਬਹੁਤ ਨੇ। ਤੇ ਪਾਵਨ ਗੁਰਬਾਣੀ ਦੀ ਵਿਚਾਰ ਨੂੰ ਜਦੋਂ ਆਪਾਂ ਸਮਝਾਂਗੇ, ਸਤਿਗੁਰੂ ਜੀ ਸਾਨੂੰ ਗੁਰੂ ਦੀ ਵਿਆਖਿਆ ਵੀ ਨਾਲ ਦਿੰਦੇ ਨੇ। ਕਿਹੜੇ ਸਤਿਗੁਰੂ ਨੂੰ ਤੂੰ ਮਿਲਣਾ ਹੈ, ਕਿਸੇ ਬੰਦੇ ਨੂੰ ਨਹੀਂ, ਕਿਸੇ ਦੇਹਧਾਰੀ ਨੂੰ ਨਹੀਂ, ਕੋਈ ਸਰੀਰ ਦੇ ਵਿੱਚ ਹੈ ਉਹਨੂੰ ਨਹੀਂ, ਉਸ ਸਤਿਗੁਰੂ ਦੇ। ਹੁਣ ਹਰੇਕ ਬੰਦਾ ਕਹਿੰਦਾ ਕਿ ਮੈਂ ਸਤਿਗੁਰੂ ਨੂੰ ਮਿਲ ਲਿਆ। ਜਿਹੜਾ ਬੰਦਾ ਕਿਤੇ ਵੀ ਕਿਸੇ ਵੀ ਦੇਹਧਾਰੀ ਦੇ ਨਾਲ ਕਿੱਥੇ ਵੀ ਜੁੜਿਆ ਹੋਇਆ ਹੈ, ਭਾਵੇਂ 1 2 3 ਨਹੀਂ, ਭਾਵੇਂ ਜਿੱਥੇ ਮਰਜ਼ੀ ਹੋਵੇ, ਕਿਤੇ ਮਰਜ਼ੀ, ਉਹ ਕਹਿੰਦਾ ਮੈਂ ਸਤਿਗੁਰੂ ਨੂੰ ਮਿਲ ਲਿਆ, ਮੈਂ ਸੱਚਾ ਗੁਰੂ ਧਾਰਨ ਕੀਤਾ ਹੋਇਆ। ਹਰੇਕ ਕਹਿੰਦਾ ਕਿ ਅਸੀਂ ਜੁੜੇ ਹੋਏ ਹਾਂ, ਅਸੀਂ ਸੱਚੇ ਨਾਲ ਜੁੜੇ ਹਾਂ, ਆਪਣੇ ਆਪ ਨੂੰ ਸਾਰੇ ਸੱਚੇ ਲੱਗਦੇ ਨੇ। ਪਰ ਜੇ ਗੁਰਬਾਣੀ ਦੇ ਆਧਾਰ 'ਤੇ ਗੁਰਬਾਣੀ ਨੂੰ ਸਮਝਦਿਆਂ ਹੋਇਆਂ ਸਮਝਾਂਗੇ ਕਿ ਗੁਰਬਾਣੀ ਦੇ ਵਿੱਚ ਸਤਿਗੁਰੂ ਜੀ ਕਿਹੜੇ ਸਤਿਗੁਰੂ ਦੀ ਗੱਲ ਕਰ ਰਹੇ ਨੇ। ਗੁਰੂ ਸਾਹਿਬ ਜੀ, ਗੁਰੂ ਅਮਰਦਾਸ ਪਾਤਸ਼ਾਹ ਜੀ ਕਿਹੜੇ ਸਤਿਗੁਰੂ ਦੀ ਗੱਲ ਦੱਸ ਕੇ ਗਏ ਨੇ ਕਿ ਆਹ ਸਤਿਗੁਰੂ ਨੂੰ ਮਿਲਿਆ, ਮੈਨੂੰ ਆਨੰਦ ਆ ਗਿਆ। ਤੇ ਉਹ ਪਾਵਨ ਉਪਦੇਸ਼ ਸਮਝਿਓ। ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਕਹਿੰਦੇ ਬਾਣੀ ਹੀ ਗੁਰੂ ਹੈ, ਗੁਰੂ ਹੀ ਬਾਣੀ ਹੈ, ਦੋਵਾਂ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ। ਗੁਰੂ ਸਾਡੀ ਬਾਣੀ ਹੈ, ਬਾਣੀ ਹੀ ਗੁਰੂ ਹੈ। ਉਪਦੇਸ਼ ਹੋਰ ਵੀ ਸਮਝ ਲਿਓ, ਕਿਉਂਕਿ ਗੁਰਬਾਣੀ ਗੁਰੂ ਸਾਹਿਬਾਨਾਂ ਦਾ ਉਪਦੇਸ਼ ਹੀ ਹੈ ਨਾ। ਸਤਿਗੁਰ ਬਚਨ ਹੈ ਸਤਿਗੁਰ, ਸਤਿਗੁਰੂ ਦਾ ਬਚਨ ਹੀ ਸਾਡੇ ਲਈ ਸਤਿਗੁਰੂ ਹੈ, ਗੁਰੂ ਦਾ ਬਚਨ ਹੀ ਸਾਡੇ ਲਈ ਗੁਰੂ ਹੈ। ਗੁਰਬਾਣੀ ਦੇ ਰੂਪ ਦੇ ਵਿੱਚ ਸਾਡੇ ਕੋਲ ਗੁਰੂ ਸਾਹਿਬਾਨਾਂ ਦੀ ਵਿਚਾਰਧਾਰਾ ਹੈ, ਸਾਡੇ ਲਈ ਇਹੀ ਗੁਰੂ ਹੈ। ਗੁਰਬਾਣੀ ਦੇ ਵਿੱਚੋਂ ਉਪਦੇਸ਼ ਹੈ ਤੁਹਾਡੇ ਸਾਹਮਣੇ ਕਿ ਸਾਡੇ ਗੁਰੂ ਆ ਨੇ, ਆਹ ਗੁਰੂ ਦੀ ਗੱਲ ਕਰਦੇ ਨੇ ਕਿ ਸਤਿਗੁਰੂ ਮੈਂ ਪਾਇਆ। ਸਤਿਗੁਰ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਆਹ ਹੈ ਸਤਿਗੁਰੂ ਜਿਹਦੀ ਵਿਆਖਿਆ, ਜਿਹਦੀ ਗੱਲ ਗੁਰੂ ਅਮਰਦਾਸ ਪਾਤਸ਼ਾਹ ਜੀ ਕਰਦੇ ਨੇ, ਕਿਹੜੇ ਸਤਿਗੁਰੂ ਦੇ ਨਾਲ ਮਿਲਣਾ ਹੈ, ਆਹ ਹੈ। ਤੇ ਸੁਖਮਣੀ ਬਾਣੀ ਦੇ ਵਿੱਚ ਬੜੇ ਵਾਰ ਤੁਸੀਂ ਪੜ੍ਹਿਆ ਹੈ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਗੁਰ ਉਹਦਾ ਨਾਂ ਹੈ, ਜਿਹੜੇ ਸਤਿਪੁਰਖ ਨੂੰ ਤੁਸੀਂ ਜਾਣ ਲਿਆ ਉਸੇ ਦਾ ਨਾਂ ਹੀ ਸਤਿਗੁਰੂ ਹੈ। ਜਿਹੜੇ ਸਤਿਗੁਰੂ ਦੀ ਗੱਲ ਕਰਦੇ ਨੇ, ਜਿਹੜੇ ਸਤਿਗੁਰੂ ਨੂੰ ਤੁਸੀਂ ਜਾਣਦੇ ਹੋ, ਉਹੀ ਸਤਿਗੁਰੂ ਅਸਲ ਦੇ ਵਿੱਚ ਸਤਿਪੁਰਖ ਹੈ। ਹੋਰ ਇੱਥੇ ਕੋਈ ਵੀ ਸਤਿਪੁਰਖ ਨਹੀਂ ਹੈ, ਸਿਰਫ ਤੇ ਸਿਰਫ ਇੱਕ ਸਤਿਗੁਰੂ ਹੀ ਸਤਿਪੁਰਖ ਹੈ, ਜਿਹਨੂੰ ਪਾਵਨ ਗੁਰਬਾਣੀ ਦੇ ਵਿੱਚ ਇਹ ਵੀ ਸਤਿਗੁਰੂ ਜੀ ਕਹਿੰਦੇ ਨੇ, ਹਰਿ ਕੇ ਜਨ ਸਤਿਗੁਰ ਸਤਿਪੁਰਖਾ। ਹਰੀ ਦਾ ਜਨ ਜਿਹੜਾ ਸਤਿਗੁਰੂ, ਗੁਰੂ ਹਰੀ ਦਾ ਜਨ ਹੈ, ਸੱਚਾ ਜਨ ਅਕਾਲ ਪੁਰਖ ਪਰਮਾਤਮਾ ਦਾ ਸਿਰਫ ਤੇ ਸਿਰਫ ਸਤਿਗੁਰੂ ਹੈ। ਉਹੀ ਸਾਡੇ ਲਈ ਸਤਿਪੁਰਖ ਹੈ, ਉਹੀ ਸਾਡੇ ਲਈ ਸਤਿਗੁਰੂ ਹੈ। ਇੱਥੇ ਕੋਈ ਬੰਦਾ, ਕੋਈ ਇਸਤਰੀ ਇੱਥੇ ਸਤਿਪੁਰਖ ਕਦੇ ਵੀ ਨਹੀਂ ਬਣ ਸਕਦਾ। ਸਤ ਮਤਲਬ ਸੱਚਾ, ਉਹ ਸਿਰਫ ਤੇ ਸਿਰਫ ਗੁਰੂ ਹੈ ਸਤਿਪੁਰਖ, ਹੋਰ ਕੋਈ ਵੀ ਨਹੀਂ। ਕੋਈ ਆਪਣੇ ਨਾਂ ਦੇ ਅੱਗੇ ਮਹਾਂਪੁਰਖ ਸਤਿਗੁਰ ਸਤਿਪੁਰਖ ਲਵਾ ਜ਼ਰੂਰ ਸਕਦਾ, ਪਰ ਸਤਿਪੁਰਖ ਕਦੇ ਬਣਦਾ ਨਹੀਂ। ਗੁਰਬਾਣੀ ਦਾ ਫੈਸਲਾ ਹੈ, ਹਰਿ ਕੇ ਜਨ ਸਤਿਗੁਰ ਸਤਿਪੁਰਖਾ। ਸਤਿਗੁਰੂ ਹੀ ਸਤਿਪੁਰਖ ਹੈ, ਜਿਹੜਾ ਹਰੀ ਪ੍ਰਮਾਤਮਾ ਦਾ ਜਨ ਹੈ, ਹਰੀ ਦਾ ਸੇਵਕ ਹੈ, ਜਿਹੜਾ ਉਹ ਸਿਰਫ ਗੁਰੂ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹੜੇ ਸਤਿਗੁਰੂ ਨੂੰ ਤੁਸੀਂ ਜਾਣਦੇ ਹੋ ਉਹਨੂੰ ਹੀ ਸਤਿਪੁਰਖ ਕਿਹਾ ਜਾਂਦਾ ਹੈ, ਉਹਨੂੰ ਹੀ ਸਤਿਗੁਰੂ ਕਿਹਾ ਜਾਂਦਾ ਹੈ। ਉਹ ਇੱਕੋ ਹੀ ਹੈ, ਭਾਵੇਂ ਸਤਿਪੁਰਖ ਕਹਿ ਲਵੋ, ਭਾਵੇਂ ਸਤਿਗੁਰੂ ਕਹਿ ਲਓ। ਇਹ ਹੈ ਸਤਿਗੁਰੂ ਸਤਿਪੁਰਖ ਦੀ ਵਿਆਖਿਆ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਜਿਹਨੇ ਸਤਿਪੁਰਖ ਨੂੰ ਜਾਣਿਆ ਹੈ ਉਹ ਸਤਿਗੁਰੂ ਨੂੰ ਵੀ ਜਾਣਦਾ ਹੈ, ਕਿਉਂਕਿ ਸੱਚਾ ਸਤਿਗੁਰੂ ਹੀ ਸਤਿਪੁਰਖ ਹੈ। ਤੇ ਪਾਵਨ ਉਪਦੇਸ਼ ਪੜ੍ਹਦੇ ਹਾਂ, ਸਤਿਗੁਰ ਬਚਨ ਹੈ ਸਤਿਗੁਰ, ਪਾਦਨ ਮੁਕਤ ਜਨਾਵੈ ਗੋ। ਸਾਡੇ ਲਈ ਸਤਿਗੁਰੂ ਹੀ ਸ਼ਬਦ ਹੈ, ਗੁਰੂ ਦੀ ਬਾਣੀ ਹੀ ਸਾਡੇ ਲਈ ਗੁਰੂ ਹੈ, ਤੇ ਗੁਰਬਾਣੀ ਹੀ ਸਾਡੇ ਲਈ ਗੁਰੂ ਹੈ।
ਤੇ ਗੁਰੂ ਦਾ ਬਚਨ ਹੀ ਸਾਡੇ ਲਈ ਸਤਿਗੁਰੂ ਹੈ। ਗੁਰਬਾਣੀ ਸਾਡੇ ਲਈ ਸਤਿਗੁਰੂ ਹੈ। ਇਹ ਹੈ ਸਤਿਗੁਰੂ ਦੀ ਵਿਆਖਿਆ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਹਿੰਦੇ ਇਹਦੇ ਵਿੱਚ ਸਾਰੇ ਅੰਮ੍ਰਿਤ ਨੇ। ਹੁਣ ਸਾਰੇ ਅੰਮ੍ਰਿਤ ਹੁਣ ਭਾਲਣ ਲੱਗ ਜਾਈਏ ਕਿਹੜੇ ਅੰਮ੍ਰਿਤ। ਹੁਣ ਵਿਆਖਿਆ ਇੱਥੇ ਕਰਨਗੇ ਬਹੁਤੀ ਗੱਲ ਕਿ ਅੰਮ੍ਰਿਤ ਨੇ ਉਹ ਸਾਖੀ ਜਿਹੜਾ ਮਿਥਿਹਾਸ ਆ ਉਹਦੇ ਨਾਲ ਜੋੜ ਦੇਣਗੇ ਕਿ ਲਿਆ ਕੇ ਪੱਥਰ ਸਮੁੰਦਰ ਵਿੱਚ ਸੁੱਟ ਕੇ ਉਹਦੇ ਵਿੱਚੋਂ ਅੰਮ੍ਰਿਤ ਕੱਢੇ ਗਏ, ਉਹ ਇਹਦੇ ਵਿੱਚ ਪਏ ਹੋਏ ਨੇ ਗੁਰਬਾਣੀ ਦੇ ਵਿੱਚ। ਉਹਦੀ ਵਿਆਖਿਆ ਨਹੀਂ ਹੈ। ਪਾਵਨ ਗੁਰਬਾਣੀ ਨੂੰ ਪੜ੍ਹਿਓ। ਅੰਮ੍ਰਿਤ ਇੱਕੋ ਨਾਮ ਹੈ। ਸਤਿਗੁਰੂ ਜੀ ਕਹਿੰਦੇ ਇੱਕੋ ਨਾਮ ਹੀ ਸਿਰਫ ਅੰਮ੍ਰਿਤ ਹੈ। ਸਿਰਫ ਤੇ ਸਿਰਫ ਗੁਰਬਾਣੀ ਦੇ ਵਿੱਚ ਜਦੋਂ ਪੜ੍ਹਾਂਗੇ ਅੰਮ੍ਰਿਤ ਦੀ ਵਿਆਖਿਆ ਸਤਿਗੁਰੂ ਜੀ ਦੱਸਦੇ ਨੇ ਕਿ ਅੰਮ੍ਰਿਤ ਸਿਰਫ ਤੇ ਸਿਰਫ ਇੱਕੋ ਨਾਮ ਹੈ। ਇੱਕੋ ਨਾਮ ਨੂੰ ਅੰਮ੍ਰਿਤ ਕਹਿੰਦੇ ਨੇ। ਉਹ ਨਹੀਂ ਕਿ 14 ਰਤਨ ਨਿਕਾਲ ਲਏ, ਅੰਮ੍ਰਿਤ ਵੀ ਕੱਢ ਲਿਆ, ਉਹਦੇ ਵਿੱਚ ਉਹ ਅੰਮ੍ਰਿਤ ਪਿਆ ਹੋਇਆ ਹੈ, ਉਹਨਾਂ ਨੇ ਸਮੁੰਦਰ ਰਿੜਕਿਆ, ਉਹਦੇ ਵਿੱਚੋਂ ਬੜਾ ਕੁਝ ਨਿਕਲਿਆ। ਉਹ ਗੱਲ ਨਹੀਂ ਹੈ। ਆਨੰਦ ਦੇ ਵਿੱਚ ਜਿਹੜੀ ਗੱਲ ਸਤਿਗੁਰੂ ਜੀ ਕਰ ਰਹੇ ਨੇ ਕਿ ਭਾਈ ਬਾਣੀ ਦੇ ਵਿੱਚ ਅੰਮ੍ਰਿਤ ਪਿਆ ਹੋਇਆ ਏ। ਸਾਰੇ ਦਾ ਮਤਲਬ ਇਹ ਨਹੀਂ ਕਿ ਸਾਰੇ ਅੰਮ੍ਰਿਤ, ਸਾਰੇ ਦਾ ਮਤਲਬ ਸੰਭਾਲ ਲੈ, ਸਾਰੇ ਸੰਭਾਲ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਤੇ ਕਿਹਦੇ ਨਾਲ ਪਤਾ ਲੱਗੇਗਾ, ਕਿਹਦੇ ਨਾਲ ਉਸ ਅੰਮ੍ਰਿਤ ਦੀ ਸਮਝ ਆਵੇਗੀ, ਕਿਹਦੀ ਕਿਰਪਾ ਦੇ ਨਾਲ ਉਹ ਅੰਮ੍ਰਿਤ ਸੰਭਾਲਿਆ ਜਾਵੇਗਾ। ਸਤਿਗੁਰੂ ਜੀ ਕਹਿੰਦੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ। ਗੁਰੂ ਬਾਣੀ ਕਹਿੰਦਾ ਏ ਕਿਉਂਕਿ ਬਾਣੀ ਦੇ ਵਿੱਚ ਅੰਮ੍ਰਿਤ ਪਿਆ ਹੋਇਆ ਹੈ ਨਾ। ਤੇ ਗੁਰੂ ਉਸ ਬਾਣੀ ਨੂੰ ਕਹਿੰਦਾ ਹੈ, ਗੁਰੂ ਉਸ ਬਾਣੀ ਨੂੰ ਸੁਣਾਉਂਦਾ ਹੈ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਹਿੰਦੇ ਪ੍ਰਤੱਖ ਫੇਰ ਸਮਝ ਆਉਂਦੀ ਹੈ। ਫੇਰ ਉਹ ਅੰਮ੍ਰਿਤ ਜਿਹੜਾ ਪਿਆ ਹੋਇਆ ਏ ਉਹਦੀ ਸਮਝ ਆਉਂਦੀ ਹੈ। ਗੁਰਬਾਣੀ ਦੇ ਵਿੱਚ ਅੰਮ੍ਰਿਤ ਪਿਆ ਹੋਇਆ ਏ, ਨਾਮ ਰੂਪੀ ਅੰਮ੍ਰਿਤ ਪਿਆ ਹੁੰਦਾ, ਉਹਦੀ ਸਮਝ ਗੁਰੂ ਦੀ ਬਦੌਲਤ ਹੀ ਆਉਂਦੀ ਹੈ। ਗੁਰਬਾਣੀ ਨੂੰ ਪੜ੍ਹ ਕੇ ਅੰਮ੍ਰਿਤ ਦੀ ਸਮਝ ਆਵੇਗੀ ਕਿ ਅਸਲ ਅੰਮ੍ਰਿਤ ਹੈ ਕਿ ਅੰਮ੍ਰਿਤ ਇੱਕੋ ਨਾਮ ਹੈ। ਉਸ ਅੰਮ੍ਰਿਤ ਦੀ ਸਮਝ ਆਵੇਗੀ। ਅੰਮ੍ਰਿਤ ਨਾਮ ਨਿਰਮੋਲਕ ਹੀਰਾ, ਗੁਰ ਦੀਨੋ ਮਨਤਾਨੀ। ਸਿਰਫ ਤੇ ਸਿਰਫ ਜਿਹੜਾ ਨਾਮ ਹੈ ਸਾਡੇ ਲਈ ਅੰਮ੍ਰਿਤ ਉਹ ਹੈ, ਹੋਰ ਕੋਈ ਦੂਜਾ ਤੀਜਾ ਕੋਈ ਵੀ ਨਹੀਂ। ਜਿੰਨਿਆਂ ਮਰਜ਼ੀ ਦੀ ਵਿਆਖਿਆ ਕਰ ਲਓ ਕਿ ਸਾਰੇ ਅੰਮ੍ਰਿਤ ਪਏ ਹੋਏ ਨੇ, ਕਿਹੜੇ ਕਿਹੜੇ ਗਿਣਤੀ ਕਰ। ਸਾਰੇ ਦਾ ਮਤਲਬ ਸੰਭਾਲ, ਸਾਰ ਲੈ, ਸੰਭਾਲ ਲੈ। ਉਹ ਅੰਮ੍ਰਿਤ ਜਿਹੜਾ ਗੁਰਬਾਣੀ ਦੇ ਵਿੱਚ ਪਿਆ ਹੋਇਆ ਉਹ ਗੁਰਬਾਣੀ ਕਹੈ। ਗੁਰੂ ਬਾਣੀ ਕਹੇਗਾ, ਤੈਨੂੰ ਉਸ ਅੰਮ੍ਰਿਤ ਦੀ ਪ੍ਰਤੱਖ ਜਾਣਕਾਰੀ ਹੋ ਜਾਵੇਗੀ, ਤੈਨੂੰ ਪ੍ਰਤੱਖ ਦਿਸੇਗਾ। ਉਸ ਗੁਰੂ ਦੀ ਵਿਆਖਿਆ ਗੁਰੂ ਅਮਰਦਾਸ ਪਾਤਸ਼ਾਹ ਜੀ ਕਰਦੇ ਨੇ। ਕਹਿੰਦੇ ਇਹੋ ਜਿਹਾ ਸਤਿਗੁਰੂ ਹੈ ਜਿਹੜਾ ਅੰਮ੍ਰਿਤ ਦੀ ਦਾਤ ਦਿੰਦਾ ਹੈ, ਜਿਹੜਾ ਜ਼ਿੰਦਗੀ ਵਿੱਚ ਅੰਮ੍ਰਿਤ ਲੈ ਕੇ ਆਉਂਦਾ ਏ, ਜਿਹੜਾ ਮੈਨੂੰ ਅੰਮ੍ਰਿਤ ਕਰ ਦਿੰਦਾ ਹੈ, ਜਿਹੜਾ ਮੈਨੂੰ ਅਕਾਲ ਪੁਰਖ ਪ੍ਰਮਾਤਮਾ ਦੇ ਨਾਲ ਜੋੜ ਕੇ ਜਨਮ ਮਰਨ ਤੋਂ ਮੁਕਤ ਕਰਦਾ ਹੈ, ਜਿਹੜਾ ਮੈਨੂੰ ਨਿਰਭਉ ਨਿਰਵੈਰ ਵਾਲੇ ਗੁਣ ਦੇ ਦਿੰਦਾ ਹੈ। ਇਹੋ ਜਿਹਾ ਅੰਮ੍ਰਿਤ ਮੈਨੂੰ ਸਤਿਗੁਰੂ ਬਖਸ਼ਦਾ ਹੈ ਤੇ ਉਹ ਸਤਿਗੁਰੂ ਮੈਂ ਪਾ ਲਿਆ ਹੈ। ਆਨੰਦ ਭਇਆ ਮੇਰੀ ਮਾਈ, ਸਤਿਗੁਰੂ ਮੈਂ ਪਾਇਆ। ਇਹ ਸਤਿਗੁਰੂ ਮੈਂ ਪਾ ਲਿਆ ਹੈ। ਤੇ ਅੱਗੇ ਜਦੋਂ ਵਿਆਖਿਆ ਸਮਝਾਂਗੇ ਉਹ ਪੜਾਅ ਦਰ ਪੜਾਅ ਦੱਸਦੇ ਨੇ ਕਿ ਜੇ ਸਤਿਗੁਰੂ ਨੂੰ ਪਾਉਣਾ ਹੈ ਤੇ ਫਿਰ ਕਰਨੇ ਕੀ ਪੈਣਾ ਹੈ, ਕਰਨਾ ਕੀ ਹੈ। ਉਹ ਸਤਿਗੁਰੂ ਜਿਹੜਾ ਗੁਰਬਾਣੀ ਸਰੂਪ ਹੈ, ਉਹ ਸਤਿਗੁਰੂ ਨੂੰ ਪਾਉਣ ਦੇ ਲਈ ਕਰਨਾ ਕੀ ਪਵੇਗਾ। ਅੱਗੇ ਕਹਿੰਦੇ ਨੇ ਸਤਿਗੁਰ ਤਾਂ ਪਾਇਆ, ਸਹਜ ਸੇਤੀ ਮਨ ਵਜੀਆਂ ਵਾਧਾਈਆਂ। ਕਹਿੰਦੇ ਸਤਿਗੁਰੂ ਮੈਂ ਤਾਂ ਪਾਇਆ ਚਿੱਤ ਵਿੱਚ ਜਦੋਂ ਸਹਿਜ ਆ ਗਿਆ। ਸਹਿਜ ਜਦੋਂ ਚਿੱਤ ਵਿੱਚ ਸਹਿਜ ਵਸਿਆ, ਮੈਨੂੰ ਗੁਰੂ ਮਿਲਿਆ ਤੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ। ਤੇ ਗੁਰੂ ਨੂੰ ਮਿਲਣ ਦੇ ਲਈ ਅਡੋਲ ਅਵਸਥਾ ਧਾਰਨ ਕਰਨੀ ਜ਼ਰੂਰੀ ਹੈ। ਅਡੋਲ ਅਵਸਥਾ, ਸਹਿਜ ਦੇ ਅਰਥ ਇਹ ਨਹੀਂ ਜਿਹੜੇ ਅੱਜ ਦੁਨੀਆ ਦੇ ਵਿੱਚ ਕੀਤੇ ਜਾਂਦੇ ਨੇ। ਬੜਾ ਸਹਿਜ ਬੰਦਾ ਏ, ਹੌਲੀ ਹੌਲੀ ਪੱਬ ਧਰਦਾ ਏ, ਹੌਲੀ ਹੌਲੀ ਬੋਲਦਾ ਏ, ਉਹਨੂੰ ਅਸੀਂ ਸਹਿਜ ਕਹਿ ਦਿੰਦੇ ਹਾਂ ਕਿ ਇਹ ਬੰਦੇ ਵਿੱਚ ਬੜਾ ਸਹਿਜ ਹੈ। ਸਹਿਜ ਬਣਾ ਕੇ ਦਿਖਾਉਂਦੇ ਨੇ ਨਾ, ਪੌੜੀਆਂ ਤੋਂ ਉਤਰਨਾ ਹੋਵੇ, ਪੋਲੇ ਪੋਲੇ ਪੱਬ ਧਰ ਕੇ ਹੌਲੀ ਹੌਲੀ ਬੋਲ ਕੇ, ਬੜੀ ਸਹਿਜ ਅਵਸਥਾ ਹੈ ਬੰਦੇ ਦੀ। ਇਹਨੂੰ ਸਹਿਜ ਨਹੀਂ ਕਿਹਾ ਜਾਂਦਾ। ਆਤਮਿਕ ਪੱਖ 'ਤੇ ਬੰਦਾ ਅਡੋਲ ਹੋਵੇ, ਮਨ ਜਦੋਂ ਸਹਿਜ ਦੇ ਵਿੱਚ ਹੋਵੇ ਨਾ, ਉਹਨੂੰ ਸਤਿਗੁਰੂ ਸਹਿਜ ਅਵਸਥਾ ਕਹਿੰਦੇ ਨੇ। ਜਿਹਦਾ ਮਨ ਡਿੱਗਦਾ ਨਾ ਹੋਵੇ, ਡੋਲੇ ਨਾ ਖਾਵੇ, ਜਿਹਦਾ ਮਨ ਇੱਕ ਸਾਰਤਾ ਵਿੱਚ ਹੋਵੇ, ਅਡੋਲਤਾ ਵਿੱਚ ਹੈ, ਜਿਹਦਾ ਮਨ
ਜਿਹਦਾ ਆਤਮਿਕ ਜੀਵਨ ਅਡੋਲਤਾ ਵਿੱਚ ਹੈ, ਜਿਹਦਾ ਡਿੱਗਣ ਡੌਲਾ ਖਤਮ ਹੋ ਗਿਆ, ਜਿਹਨੂੰ ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਡਗਮਗ ਕਿਆ ਕਰੈ ਕਹਾਂ ਡੁਲਾਵੈ ਜੀਓ, ਸਰਬ ਸੁਖ ਕੋ ਨਾਇਕੋ ਰਾਮ ਨਾਮ ਰਸ ਪੀਓ। ਡਗਮਗ ਕਿਉਂ ਕਰਦਾ ਹੈ, ਡੋਲਦਾ ਕਿਉਂ ਹੈ, ਪੈਰ ਪੈਰ 'ਤੇ ਡਿੱਗਦਾ ਹੈ, ਡੋਲਦਾ ਹੈ, ਕਿਉਂਕਿ ਅਸੀਂ ਦੁਨਿਆਵੀ ਜੀਵ, ਅਸੀਂ ਇਸ ਗੱਲ ਨੂੰ ਸਮਝਾਂਗੇ ਕਿ ਸਾਡਾ ਮਨ ਕਿੱਥੇ ਕਿੱਥੇ ਡੋਲਦਾ ਹੈ, ਡਿੱਗਦਾ ਹੈ ਨਾ, ਪਲ ਪਲ ਡਿੱਗਦਾ ਹੈ, ਪਲ ਪਲ ਡੋਲਦਾ ਹੈ। ਸਤਿਗੁਰੂ ਜੀ ਕਹਿੰਦੇ ਉਹ ਸਹਿਜ ਅਵਸਥਾ ਚਿੱਤ ਵਿੱਚ ਲਿਆ, ਤੇਰਾ ਮਨ ਡੋਲਣੋਂ ਹਟ ਜਾਵੇ ਨਾ, ਫਿਰ ਸਤਿਗੁਰੂ ਮਿਲਦਾ ਹੈ। ਸਹਿਜ ਅਵਸਥਾ ਲਿਆ, ਸਹਿਜ ਆ ਬਾਹਰੋਂ ਸਰੀਰ ਤੋਂ ਧਾਰਨ ਕਰਕੇ ਨਹੀਂ, ਹੌਲੀ ਹੌਲੀ ਤੁਰਨਾ, ਹੌਲੀ ਹੌਲੀ ਬੋਲਣਾ, ਇਹ ਸਹਿਜ ਨਹੀਂ। ਚਿੱਤ ਵਿੱਚ ਸਹਿਜ ਲੈ ਕੇ ਆ, ਅੰਦਰ ਸਹਿਜ ਲਿਆ। ਅੰਦਰ ਦੇ ਜਿਹੜੇ ਊਚ ਨੀਚ ਵਾਲੇ ਭਾਵ ਨੇ, ਈਰਖਾ ਦਵੈਸ਼ ਵਾਲੇ ਨੇ, ਉਹ ਖਤਮ ਕਰ ਦੇ। ਅੰਦਰ ਲਿਆ ਅਡੋਲਤਾ, ਤੇਰਾ ਜਨਮ ਮਰਨ ਮੁੱਕ ਜਾਵੇ। ਅੰਦਰ ਸਹਿਜਤਾ ਲਿਆ, ਸ਼ਾਂਤ ਸਹਿਜ ਰਹਿਸ ਮਨ ਉਪਜਿਓ, ਸਗਲੇ ਦੁੱਖ ਪਲਾਇਣ। ਜਦੋਂ ਸ਼ਾਂਤ ਸਹਿਜਤਾ ਖੀੜਾ ਚਿੱਤ ਵਿੱਚ ਪੈਦਾ ਹੋ ਜਾਵੇ ਤਾਂ ਸਤਿਗੁਰੂ ਜੀ ਕਹਿੰਦੇ ਸਗਲੇ ਦੁੱਖ ਪਲਾਇਣ, ਸਾਰੇ ਦੁੱਖ ਨਸ਼ਟ ਹੋ ਜਾਣਗੇ, ਦੁੱਖ ਖਤਮ ਹੋ ਜਾਣਗੇ ਅਤੇ ਆਨੰਦ ਪੈਦਾ ਹੋ ਜਾਵੇਗਾ। ਇਹ ਵਿਆਖਿਆ ਸਤਿਗੁਰੂ ਆਨੰਦ ਬਾਣੀ ਦੇ ਵਿੱਚ ਕਰਦੇ ਨੇ। ਆਹ ਹੈ ਅਸਲ ਦੇ ਵਿੱਚ ਵਿਆਖਿਆ। ਜਦੋਂ ਸਮਝਾਂਗੇ ਕਿ ਸਤਿਗੁਰੂ ਮਿਲੇਗਾ ਤਾਂ ਜੇ ਸਹਿਜ ਆਵੇਗਾ, ਸਹਿਜ ਆ ਗਿਆ, ਫਿਰ ਮਨ ਵਜੀਆਂ ਵਧਾਈਆਂ, ਮਨ ਦੇ ਵਿੱਚ ਵਧਾਈਆਂ, ਖੇੜਾ ਪੈਦਾ ਹੋਵੇਗਾ। ਅਤੇ ਸਤਿਗੁਰੂ ਜੀ ਕਹਿੰਦੇ ਨੇ ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਰਾਗ ਰਤਨ ਪਰਵਾਰ ਭਰੀਆਂ, ਰਾਗ ਰਾਗਣੀਆਂ ਮੇਰੇ ਚਿੱਤ ਵਿੱਚ, ਮੇਰੇ ਹਿਰਦੇ ਵਿੱਚ ਆ ਕੇ ਵਸੀਆਂ ਅਤੇ ਕੀ ਕਰਨ ਲੱਗੀਆਂ? ਸ਼ਬਦ ਗਾਵਣ ਆਈਆਂ, ਸ਼ਬਦ ਗਾਉਣ ਆਈਆਂ, ਰਾਗ ਰਾਗਣੀਆਂ। ਹੁਣ ਦੁਨੀਆ ਦੇ ਹਿਸਾਬ ਦੇ ਨਾਲ ਗੱਲਾਂ ਕਰਾਂਗੇ, ਪਤਾ ਨਹੀਂ ਚਿੱਤ ਵਿੱਚ ਕੋਈ ਬਾਹਰੋਂ ਆ ਕੇ ਚਿੱਤ ਵਿੱਚ ਵਸ ਗਿਆ, ਨਹੀਂ। ਰਾਗ ਰਤਨ ਪਰਵਾਰ ਭਰੀਆਂ, ਮੇਰਾ ਜੀਵਨ ਸੀ ਜਿਹੜਾ ਡੋਲਦਾ ਸੀ, ਡਿੱਗਦਾ ਸੀ, ਬੇਤਾਲਾ ਹੋਇਆ ਪਿਆ ਸੀ। ਜ਼ਿੰਦਗੀ ਵਿੱਚ ਕੋਈ ਤਾਲ ਨਹੀਂ ਸੀ, ਕੋਈ ਸਾਜ਼ ਨਹੀਂ ਸੀ, ਕੋਈ ਰੰਗ ਨਹੀਂ ਸੀ। ਉਹ ਜਿਹੜਾ ਜੀਵਨ ਸੀ ਬੇਤਾਲਾ ਜਿਹਾ ਸੀ, ਜਿਹਦੀ ਕੋਈ ਚੰਗੀ ਆਵਾਜ਼ ਨਹੀਂ ਸੀ, ਜਿਹਦਾ ਕੋਈ ਸਟੈਂਡ ਹੀ ਨਹੀਂ ਸੀ, ਉਹਦੇ ਵਿੱਚ ਰੰਗ ਭਰ ਦਿੱਤਾ ਗੁਰੂ ਨੇ, ਉਹਦੇ ਵਿੱਚ ਤਾਲ ਆ ਗਿਆ, ਸਾਜ਼ ਵੱਜਦੇ ਨੇ। ਸਾਜ਼ ਇਹ ਨਹੀਂ ਕਿ ਪਤਾ ਨਹੀਂ ਬੰਦੇ ਨੂੰ ਸੁਰਤ ਵਿੱਚ ਪਤਾ ਨਹੀਂ ਕੀ ਕੁਝ ਸੁਣਦਾ, ਪੀਪਣੀਏ ਵਾਜੇ ਸੁਣਦੇ ਹੋਣਗੇ, ਨਹੀਂ, ਉਹ ਗੱਲ ਨਹੀਂ। ਇੱਕ ਤਾਂ ਬੇਤਾਲ ਹੁੰਦਾ ਏ, ਬੇਤਾਲ ਮਤਲਬ ਜਿਹਦੀ ਕੋਈ ਆਵਾਜ਼ ਹੀ ਨਾ ਹੋਵੇ, ਬੇਕਾਰ ਕਿਹਾ ਜਾਂਦਾ ਹੈ। ਬੇਤਾਲ ਸਾਜ਼ ਹੁੰਦਾ ਨਾ ਜਿਹਦੀ ਕੋਈ ਆਵਾਜ਼ ਹੀ ਨਾ ਨਿਕਲਦੀ, ਵਜਾ ਕਿਸੇ ਨੂੰ ਵਜਾਉਣਾ ਨਾ ਹੁੰਦਾ ਹੋਵੇ, ਬੇਤਾਲ ਵਜਾਉਂਦਾ ਏ। ਆਪਾਂ ਕਹਿੰਦੇ ਇਹਨੂੰ ਤਾਲ ਵਿੱਚ ਲੈ ਕੇ ਆ, ਇਹਦੀ ਤਾਂ ਫਿਰ ਚੜ੍ਹ ਧੋਣੀਆਂ, ਫਿਰ ਸਮਝ ਆਉਣੀ, ਇਹਨੂੰ ਤਾਲ ਵਿੱਚ ਲੈ ਕੇ ਆ। ਅਤੇ ਜਦੋਂ ਉਹਨੂੰ ਕੱਸ ਕੇ ਤਾਲ ਵਿੱਚ ਲੈ ਕੇ ਆਇਆ ਜਾਂਦਾ ਤਾਂ ਉਹ ਸੋਹਣਾ ਲੱਗਦਾ ਹੈ। ਸਤਿਗੁਰੂ ਜੀ ਕਹਿੰਦੇ ਤੇਰਾ ਜੀਵਨ ਵੀ ਬੇਤਾਲ ਹੈ, ਬੇਤਾਲ, ਤਾਲ ਨਹੀਂ ਹੈ ਕੋਈ ਜ਼ਿੰਦਗੀ ਦੇ ਵਿੱਚ, ਤਾਲ ਨਹੀਂ ਹੈ, ਕੋਈ ਰੰਗ ਨਹੀਂ ਹੈ, ਕੋਈ ਢੰਗ ਨਹੀਂ ਹੈ ਤੇਰੇ ਜੀਵਨ ਦਾ। ਇਹਨੂੰ ਖਿੱਚ, ਜ਼ਿੰਦਗੀ ਵਿੱਚ ਤਾਲ ਲਿਆ, ਸਾਜ਼ ਲੈ ਕੇ ਆ, ਧੁਨਾ ਲੈ ਕੇ ਆ, ਸੱਚ ਨਾਮ ਦਾ ਤਾਲ ਲੈ ਕੇ ਆ, ਇਹਨੂੰ ਸੋਹਣਾ ਬਣਾ। ਸਤਿਗੁਰੂ ਜੀ ਕਹਿੰਦੇ ਬੇਤਾਲ ਤੋਂ ਤਾਲ ਲੈ ਕੇ ਆ, ਰਾਗ ਲੈ ਕੇ ਆ ਜ਼ਿੰਦਗੀ ਦੇ ਵਿੱਚ। ਬੇਰੰਗ ਨਾ ਹੋਏ, ਬੇਰਾਗ ਨਾ ਹੋ, ਰਾਗ ਲਿਆ, ਸੱਚ ਵਾਲੀ ਅਵਸਥਾ ਲਿਆ, ਇੱਕ ਲੈਟ ਦੇ ਵਿੱਚ ਜੀਵਨ ਨੂੰ ਲਿਆ। ਜਿਹੜਾ ਪੁੱਠੀਆਂ ਸਿੱਧੀਆਂ ਆਵਾਜ਼ਾਂ ਕੱਢਦਾ ਇਹਦੇ ਵਿੱਚ ਸਹਿਜ ਲਿਆ, ਇਹ ਇੱਕ ਆਵਾਜ਼ ਦੇ ਵਿੱਚ ਹੋ ਜਾਵੇ, ਸਿਰਫ ਸੱਚ ਦੀ ਆਵਾਜ਼ ਨਿਕਲੇ ਇਹਦੇ ਵਿੱਚੋਂ। ਇਹਨੂੰ ਕਹਿੰਦੇ ਨੇ ਰਾਗ ਰਤਨ ਪਰਵਾਰ ਭਰੀਆਂ। ਜਦੋਂ ਮੇਰੇ ਅੰਦਰ ਸਾਜ਼ ਆ ਗਈ ਅਤੇ ਫਿਰ ਗਾਉਂਦੇ ਕੀ ਨੇ? ਸ਼ਬਦ, ਸ਼ਬਦ ਦੀ ਆਵਾਜ਼ ਨਿਕਲਦੀ ਹੈ, ਸ਼ਬਦ ਗਾਇਆ ਜਾ ਰਿਹਾ ਹੈ। ਹੁਣ ਇਹ ਨਹੀਂ ਕਿ ਉਹ ਜਿਹੜੀ ਵਿਆਖਿਆ ਦੁਨੀਆ ਦੇ ਵਿੱਚ ਬੜੇ ਕਰਦੇ ਨੇ ਕਿ ਉਹ ਅਵਸਥਾ 'ਤੇ ਪਹੁੰਚ ਕੇ ਅੰਦਰ ਪਤਾ ਨਹੀਂ ਕਿਹੜੇ ਨਗਾਰੇ ਵੱਜਦੇ ਨੇ, ਪੀਪਣੀਆਂ ਬਾਜੇ ਵੱਜਦੇ, ਇਹ ਵਿਆਖਿਆ ਵੀ ਹੁੰਦੀ ਹੈ ਕਿ ਆਹ ਰਾਗ ਆ ਕੇ ਆਹ ਕਰਦੇ ਨੇ, ਅੰਦਰ ਆਪਣੇ ਆਪ ਨੂੰ ਸੁਣਦਾ ਨਹੀਂ। ਸ਼ਬਦ ਦੀ ਵਿਆਖਿਆ ਮਤਲਬ ਸ਼ਬਦ ਕਿਵੇਂ ਗਾਇਆ ਜਾ ਰਿਹਾ, ਸ਼ਬਦ ਦੀ ਵਿਆਖਿਆ ਮੇਰੇ ਜੀਵਨ ਵਿੱਚ ਹੋ ਰਹੀ ਹੈ। ਮੇਰਾ ਜੀਵਨ ਹੁਣ ਗਾ ਰਿਹਾ ਇਹ ਸ਼ਬਦ ਨੂੰ, ਮੇਰਾ ਜੀਵਨ ਸ਼ਬਦ ਦੇ ਅਕੋਰਡਿੰਗ ਹੈ, ਸ਼ਬਦ ਦੇ ਅਨੁਸਾਰ ਮੈਂ ਜੀਵਨ ਜਿਉਂ ਰਿਹਾ ਹਾਂ। ਜਿਵੇਂ ਗੁਰੂ ਨੇ ਮੱਤ ਦਿੱਤੀ ਹੈ, ਗੁਰੂ ਦੀ ਮੱਤ ਮੇਰੇ ਜੀਵਨ ਦਾ ਆਧਾਰ ਹੈ, ਗੁਰੂ ਦੀ ਮੱਤ ਅਨੁਸਾਰ ਮੈਂ ਜੀਵਨ ਜਿਉਂ ਰਿਹਾ ਹਾਂ। ਇਹਨੂੰ ਸ਼ਬਦ ਗਾਉਣਾ ਕਹਿੰਦੇ ਨੇ। ਸ਼ਬਦ ਗਾਉਣਾ ਮਤਲਬ ਸਿਰਫ ਜ਼ੁਬਾਨ ਨਾਲ ਨਹੀਂ, ਆਪਣੇ ਅੰਗਾਂ ਪੈਰਾਂ ਹੱਥਾਂ ਦੇ ਨਾਲ ਸ਼ਬਦ ਨੂੰ ਗਾਵੋ, ਜਿਹਨੂੰ ਪਾਵਨ ਉਪਦੇਸ਼ ਆਨੰਦ ਬਾਣੀ ਦੇ ਵਿੱਚ ਹੀ ਸਤਿਗੁਰੂ ਜੀ ਕਹਿੰਦੇ ਨੇ ਨਾ, ਉਹ ਵੀ ਸਤਿਗੁਰੂ ਨੂੰ ਪਾਉਣ ਦੀ ਅਵਸਥਾ ਹੈ। ਜਦੋਂ ਕਹਿੰਦੇ ਨੇ ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਆਵਰ ਨਾ ਦੇਖੋ ਕੋਈ,
ਹਰੀ ਪ੍ਰਮਾਤਮਾ ਤੋਂ ਬਿਨਾ ਕੁਝ ਵੀ ਨਾ ਵੇਖ, ਉਹ ਤੋਂ ਬਿਨਾ ਤੈਨੂੰ ਕੁਝ ਨਜ਼ਰ ਹੀ ਨਾ ਆਵੇ, ਸਾਰੇ ਪਾਸੇ ਉਹ ਨਜ਼ਰ ਆਵੇ। ਇਹ ਹੈ ਰਾਗ ਵੱਜਣੇ, ਇਹ ਹੈ ਸ਼ਬਦ ਗਾਉਣਾ। ਇਹ ਸ਼ਰਾਵਣੋ ਮੇਰਿਓ ਸੱਚ ਸੁਣਨਾ ਨੂੰ ਪਠਾਏ। ਜਦੋਂ ਸੱਚ ਸੁਣਨ ਲੱਗ ਪੈਣ ਕੰਨ, ਇਹ ਹੈ ਰਾਗ ਵੱਜਣੇ, ਇਹ ਹੈ ਸ਼ਬਦ ਗਾਉਣਾ। ਕੰਨ ਵੀ ਸ਼ਬਦ ਸੁਣ ਰਹੇ ਨੇ, ਸਾਡੀਆਂ ਅੱਖਾਂ ਵੀ ਸ਼ਬਦ ਵੇਖ ਰਹੀਆਂ ਨੇ, ਸ਼ਬਦ ਨੂੰ ਵੇਖ ਕੇ ਸਾਰੇ ਪਾਸੇ ਉਸ ਪ੍ਰਮਾਤਮਾ ਨੂੰ ਵੇਖ ਰਹੀਆਂ ਨੇ। ਇਹ ਹੈ ਸਾਡੀ ਜ਼ੁਬਾਨ ਵੀ ਸ਼ਬਦ ਬੋਲੇ, ਮਤਲਬ ਸੱਚ ਬੋਲੇ। ਇਵੇਂ ਜਿਹੜਾ ਜ਼ਿੰਦਗੀ ਦੇ ਵਿੱਚ ਸਤਿਗੁਰੂ ਫਿਰ ਆਉਂਦਾ ਹੈ, ਇਹ ਇਸ ਤਰੀਕੇ ਦੇ ਨਾਲ ਸਤਿਗੁਰੂ ਆ ਜਾਂਦਾ ਹੈ। ਪਹਿਲਾਂ ਸਾਡੀਆਂ ਜ਼ੁਬਾਨ, ਸਾਡੀਆਂ ਅੱਖਾਂ, ਸਾਡੇ ਕੰਨਾਂ ਦੇ ਵਿੱਚ, ਸਾਡੇ ਚਿੱਤ ਦੇ ਵਿੱਚ ਸਹਿਜ ਅਵਸਥਾ ਲੈ ਕੇ ਆਉਣੀ ਪੈਣੀ ਆ। ਅੱਖਾਂ ਡੋਲਦੀਆਂ ਨੇ ਨਾ, ਕੰਨ ਨੇ ਜਿਹੜੀ ਪਰਾਈ ਨਿੰਦਿਆ ਸੁਣਨ ਨੂੰ ਭੱਜਦੇ ਨੇ ਨਾ, ਗੰਦੇ ਬੈਲ ਸੁਣਨ ਨੂੰ ਭੱਜਦੇ ਨੇ। ਅੱਖਾਂ ਜਿਹੜੀਆਂ ਨੇ ਪਰਾਇਆ ਤਣ ਵੇਖਣ ਨੂੰ, ਪਰਾਇਆਪਣ ਵੇਖਣ ਨੂੰ, ਗਲਤ ਵੇਖਣ ਨੂੰ ਭੱਜਦੀਆਂ ਨੇ। ਜ਼ੁਬਾਨ ਕਿਸੇ ਦੀ ਚੁਗਲੀ ਕਰਨ ਨੂੰ, ਮੰਦੇ ਬੋਲਣ ਨੂੰ ਤੜਫਦੀ ਹੈ ਕਿ ਮੈਂ ਬੋਲਾਂ। ਉਹਨਾਂ ਟਾਈਮ ਮੈਨੂੰ ਚਿੱਤ ਦੇ ਵਿੱਚ ਆਨੰਦ ਨਹੀਂ ਆਉਂਦਾ। ਇਹ ਆਨੰਦ ਕਿਧਰੋਂ ਹੋਰ ਹੀ ਭਾਲਦੇ ਹਨ। ਚਿੱਤ ਖੁਸ਼ ਹੋ ਜਾਂਦਾ ਹੈ ਮਾੜਾ ਕੁਝ ਸੁਣ ਕੇ, ਚਿੱਤ ਖੁਸ਼ ਹੋ ਜਾਂਦਾ ਹੈ ਕਿਸੇ ਨੂੰ ਗਲਤ ਬੋਲ ਕੇ, ਚਿੱਤ ਖੁਸ਼ ਹੋ ਜਾਂਦਾ ਹੈ ਕੁਛ ਗਲਤ ਵੇਖ ਕੇ। ਅੰਦਰ ਖੇੜਾ ਹੁੰਦਾ। ਸਤਿਗੁਰੂ ਜੀ ਕਹਿੰਦੇ ਇਹ ਖੇੜਾ ਸਦਾ ਰਹਿਣ ਵਾਲਾ ਨਹੀਂ ਹੈ। ਸਦਾ ਆਨੰਦ ਰਹਿਣ ਵਾਲਾ ਤਾਂ ਸਤਿਗੁਰੂ ਨੂੰ ਪਾ ਕੇ ਹੀ ਆਨੰਦ ਰਹਿਣਾ ਹੈ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਤੇ ਸਤਿਗੁਰੂ ਜੀ ਕਹਿੰਦੇ ਸ਼ਬਦ ਕਿਹੜਾ ਗਾ ਰਹੀਆਂ ਨੇ, ਸ਼ਬਦ ਕਿਹੜਾ ਗਾਇਆ ਜਾਵੇ। ਸ਼ਬਦ ਵੀ ਉਹ ਜਿਹੜਾ ਗੁਰੂ ਅਮਰਦਾਸ ਪਾਤਸ਼ਾਹ ਜੀ ਦੱਸਦੇ ਨੇ, ਸ਼ਬਦੋ ਤਾਂ ਗਾਵੋ ਹਰੀ ਕੇਰਾ। ਹਰੀ ਪ੍ਰਮਾਤਮਾ ਦਾ ਸ਼ਬਦ ਗਾ। ਸ਼ਬਦ ਮਤਲਬ ਹਰੀ ਜਸ ਸਿਫਤ ਸਲਾਹ, ਹਰੀ ਪ੍ਰਮਾਤਮਾ ਦੀ ਸਿਫਤ ਸਲਾਹ ਗਾ। ਸ਼ਬਦ ਕੋਈ ਇਹ ਨਹੀਂ ਕਿ ਕਿਸੇ ਦੁਨਿਆਵੀ ਬੰਦੇ ਨੇ ਦੇ ਦਿੱਤਾ ਆਹ ਸ਼ਬਦ ਗਾ ਲਵੋ, ਇਹ ਸ਼ਬਦ ਦੇ ਨਾਲ ਆਨੰਦ ਪੈਦਾ ਹੋਣਾ, ਨਹੀਂ। ਉਹ ਸ਼ਬਦ ਜਿਹੜਾ ਹਰੀ ਪ੍ਰਮਾਤਮਾ ਦਾ ਹੈ, ਹਰੀ ਪ੍ਰਮਾਤਮਾ ਦੀ ਸਿਫਤ ਸਲਾਹ ਸੱਚਾ ਸ਼ਬਦ ਹੈ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿੰਦੇ ਜਿਨ੍ਹਾਂ ਦੇ ਚਿੱਤ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦਾ ਸ਼ਬਦ ਵਸ ਜਾਵੇ, ਉਹਨਾਂ ਨੂੰ ਆਨੰਦ ਪੂਰਨ ਖਿੜਾਓ ਪੈਦਾ ਹੋ ਜਾਂਦਾ ਹੈ। ਮਨ ਜਿਨੀ ਵਸਾਇਆ, ਉਹਨਾਂ ਦੇ ਚਿੱਤ ਵਿੱਚ ਆਨੰਦ ਵਸਦਾ ਹੈ। ਆਹ ਤਰੀਕੇ ਸਤਿਗੁਰੂ ਦੱਸਦੇ ਨੇ ਕਿ ਭਾਈ ਸਹਿਜ ਅਵਸਥਾ ਲਿਆ, ਅਡੋਲਤਾ ਲਿਆ, ਸ਼ਬਦ ਗਾ, ਹਰੀ ਪ੍ਰਮਾਤਮਾ ਦੇ ਨਾਮ ਦਾ ਸ਼ਬਦ ਗਾ, ਆਪਣੇ ਚਿੱਤ ਵਿੱਚ ਆਨੰਦ ਫੇਰ ਪੈਦਾ ਹੋਵੇਗਾ। ਅਤੇ ਚਿੱਤ ਵਿੱਚ ਆਨੰਦ ਪੈਦਾ ਹੋ ਗਿਆ ਤਾਂ ਇਹਦਾ ਮਤਲਬ ਇਹ ਹੈ ਕਿ ਸਤਿਗੁਰੂ ਪਾ ਲਿਆ। ਹੁਣ ਸਤਿਗੁਰੂ ਮਿਲ ਗਿਆ, ਚਿੱਤ ਵਿੱਚ ਆਨੰਦ ਲਿਆ। ਚਿੱਤ ਨੂੰ ਭੁੱਖਾਂ ਲੱਗੀਆਂ ਹੋਈਆਂ ਨੇ, ਉਹ ਜਿਹੜੀਆਂ ਪੂਰੀਆਂ ਕਰ ਲੈ ਭੁੱਖਾਂ, ਜਿਹੜੀਆਂ ਇੱਛਾਵਾਂ ਨੇ ਉਹ ਭੁੱਖਾਂ ਨੇ ਜਿਹੜੀਆਂ ਪੂਰੀਆਂ ਕਰ ਲੈ। ਜਿਹੜਾ ਆਪਾਂ ਪੜ੍ਹਦੇ ਹਾਂ ਨਾ, ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਉਹ ਜਿਹੜੀਆਂ ਭੁੱਖਾਂ ਮਨ ਨੂੰ ਲੱਗੀਆਂ ਹੋਈਆਂ ਨੇ, ਬੜੇ ਤਰੀਕਿਆਂ ਦੀਆਂ ਭੁੱਖਾਂ ਨੇ, ਉਹਨਾਂ ਨੂੰ ਉਹਨਾਂ ਦੀ ਤ੍ਰਿਪਤੀ ਕਰ, ਰੋਕ ਲੈ ਉਹਨਾਂ ਨੂੰ ਰੋਕ। ਮਨ ਬੜਾ ਕੁਝ ਹੈ, ਪਤਾ ਨਹੀਂ ਕਿੱਥੋਂ ਕਿੱਥੋਂ ਆਨੰਦ ਲੈਂਦਾ ਹੈ ਮਨ, ਬੜੇ ਤਰੀਕਿਆਂ ਦੇ ਨਾਲ। ਕੋਈ ਖਾ ਕੇ, ਕੋਈ ਪਹਿਨ ਕੇ, ਕੋਈ ਗੱਲਾਂ ਕਰਕੇ, ਕੋਈ ਬੜੇ ਤਰੀਕਿਆਂ ਦੇ ਨਾਲ ਆਨੰਦ ਦੀ ਵਿਆਖਿਆ ਅਸੀਂ ਕਰਦੇ ਹਾਂ ਕਿ ਖਾ ਕੇ ਆਹ ਚੀਜ਼ ਆਨੰਦ ਆ ਗਿਆ, ਆਹ ਵੇਖ ਕੇ ਆਨੰਦ ਆ ਗਿਆ, ਆਹ ਸੁਣ ਕੇ ਆਨੰਦ ਆ ਗਿਆ। ਬੜੇ ਤਰੀਕਿਆਂ ਦੇ ਨਾਲ ਬੰਦਾ ਆਨੰਦ ਲੈਂਦਾ ਹੈ। ਪਰ ਜਿਹੜੀ ਗੱਲ ਅਮਰਦਾਸ ਪਾਤਸ਼ਾਹ ਜੀ ਕਰਦੇ ਨੇ ਕਿ ਆਹ ਆਨੰਦ ਜਿਹੜਾ ਕਦੇ ਵੀ ਖਤਮ ਹੋਣ ਵਾਲਾ ਨਹੀਂ, ਜਿਹੜਾ ਸੱਚਾ ਆਨੰਦ ਹੈ ਉਹ ਚਿੱਤ ਵਿੱਚ ਲਿਆ। ਆਹ ਵਿਆਖਿਆ ਹੈ ਆਨੰਦ ਸਾਹਿਬ ਦੀ, ਜਿਹਨੂੰ ਆਪਾਂ ਪੜ੍ਹਦੇ ਹਾਂ, ਦੇਖਦੇ ਹਾਂ ਨਾ। ਜਦੋਂ ਕਿਤੇ ਕਥਾ ਦੀ ਸਮਾਪਤੀ ਹੁੰਦੀ ਹੋਵੇ, ਕੀਰਤਨ ਦੀ ਸਮਾਪਤੀ ਹੁੰਦੀ ਹੋਵੇ, ਆਪਾਂ ਕਹਿੰਦੇ ਹਾਂ ਕਿ ਆਨੰਦ ਸਾਹਿਬ ਪੜ੍ਹਨਾ ਹੈ। ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਸਿਰਫ ਅਤੇ ਸਿਰਫ ਦੇਗ ਆ ਗਈ ਅਤੇ ਦੇਗ ਵਾਸਤੇ ਆਨੰਦ ਸਾਹਿਬ ਪੜ੍ਹਨਾ ਹੈ। ਕਿਉਂਕਿ ਆਪਾਂ ਦੇਗ ਵਾਸਤੇ ਜਾਂ ਕੜਾਹ ਪ੍ਰਸ਼ਾਦ ਆ ਗਿਆ, ਕੜਾਹ ਪ੍ਰਸ਼ਾਦ ਵਾਸਤੇ ਜ਼ਰੂਰੀ ਹੈ, ਨਹੀਂ। ਜਿਹੜੀ ਗੱਲ ਸਤਿਗੁਰੂ ਜੀ ਦੱਸਦੇ ਨੇ ਕਿ ਭਾਈ ਆਨੰਦ ਪ੍ਰਾਪਤ ਹੋਣਾ, ਜਿੰਨੀ ਤੂੰ ਗੁਰਬਾਣੀ ਸੁਣ ਲਈ, ਜਿੰਨਾ ਕੀਰਤਨ ਸੁਣ ਲਿਆ, ਉਹਨੂੰ ਚਿੱਤ ਵਿੱਚ ਵਸਾ। ਉਹਦੇ ਨਾਲ ਤੇਰੇ ਅੰਦਰ ਸਤਿਗੁਰੂ ਵਸੇਗਾ। ਜਿਹੜੀ ਕਥਾ ਤੂੰ ਸੁਣੀ ਆ, ਉਹਦਾ ਭਾਵ ਅਰਥ ਉੱਥੇ ਨਿਕਲਦਾ ਕਿ ਆਨੰਦ ਮਿਲ ਜਾਵੇ ਤੈਨੂੰ, ਤੇਰੇ ਅੰਦਰ ਸਤਿਗੁਰੂ ਬੈਠ ਜਾਵੇ, ਤੇਰੇ ਅੰਦਰ ਸਹਿਜ ਅਵਸਥਾ ਆ ਜਾਵੇ। ਤੇਰਾ ਮਨ ਜਿਹੜਾ ਡਿੱਗਦਾ ਹੈ, ਡੋਲਦਾ ਹੈ, ਡਗਮਗ ਕਰਦਾ ਹੈ, ਸਹਿਜ ਅਵਸਥਾ ਪੈਦਾ ਹੋ ਜਾਵੇ। ਅਤੇ ਸਤਿਗੁਰੂ ਜੀ ਕਹਿੰਦੇ ਨੇ ਸ਼ਬਦੋ ਤਾਂ ਗਾਵੋ ਹਰੀ ਕੇਰਾ। ਹਰੀ ਪ੍ਰਮਾਤਮਾ ਦਾ ਸ਼ਬਦ ਗਾ, ਮਨ ਜਿਨੀ ਵਸਾਇਆ। ਅਤੇ ਅਖੀਰਲੀ ਪੰਗਤੀ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ।
ਕਹਿੰਦੇ ਆਹ ਗੱਲ ਫਿਰ ਸਤਿਗੁਰੂ ਜੀ ਨੇ ਕਹਿ ਦਿੱਤੀ ਕਿ ਆਨੰਦ ਤਾਂ ਮਿਲਿਆ ਜਿਸ ਸਤਿਗੁਰੂ ਨੂੰ ਮੈਂ ਮਿਲਿਆ ਜਾ ਕੇ। ਆਨੰਦ ਤਾਂ ਚਿੱਤ ਵਿੱਚ ਆਇਆ ਜੇ ਸਤਿਗੁਰੂ ਨੂੰ ਮਿਲਿਆ, ਅਤੇ ਸਤਿਗੁਰੂ ਸਾਡਾ ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਗੁਰ ਬਚਨ, ਬਚਨ ਹੈ ਸਤਿਗੁਰ ਪਾਤਰ ਮੁਕਤ ਜਨਾਵੈ ਗੋ। ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼ ਹੀ ਸਾਡੇ ਲਈ ਸਤਿਗੁਰੂ ਹੈ। ਅੱਜ ਤੋਂ ਜੇ ਆਨੰਦ ਚਿੱਤ ਵਿੱਚ ਲੈ ਕੇ ਆਉਣਾ ਹੈ, ਖੇੜਾ ਲੈ ਕੇ ਆਉਣਾ ਹੈ, ਤਾਂ ਗੁਰੂ ਦੇ ਹੋ ਜਾਈਏ। ਗੁਰੂ ਦੇ ਸ਼ਬਦ ਨੂੰ ਗੁਰੂ ਸਮਝ ਕੇ ਆਪਣੇ ਜੀਵਨ ਵਿੱਚ ਧਾਰਨ ਕਰੀਏ ਕਿ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਹਮੇਸ਼ਾ ਮੇਰੇ ਜੀਵਨ ਦਾ ਆਧਾਰ ਬਣਿਆ ਰਵੇ। ਗੁਰੂ ਦਾ ਉਪਦੇਸ਼ ਮੇਰੀ ਜ਼ਿੰਦਗੀ ਦਾ ਆਧਾਰ ਬਣੇ। ਗੁਰੂ ਦੇ ਉਪਦੇਸ਼ ਦੇ ਨਾਲ ਮੈਂ ਜ਼ਿੰਦਗੀ ਸੋਹਣੀ ਜਿਵਾਂ, ਸੰਸਾਰ ਦੇ ਵਿੱਚ ਰਹਿੰਦਿਆਂ ਮੇਰਾ ਆਨੰਦ ਖੇੜਾ ਬਣਿਆ ਰਵੇ, ਅੰਦਰੋਂ ਹਮੇਸ਼ਾ ਖੇੜਾ ਬਣਿਆ ਰਵੇ, ਅੰਦਰੋਂ ਖੇੜਾ ਰਵੇ ਮੇਰੇ ਅੰਦਰ, ਅੰਦਰੋਂ ਮੈਂ ਕਦੇ ਦੁਖੀ ਨਾ ਹੋਵਾਂ। ਭਾਵੇਂ ਸਰੀਰਕ ਕਸ਼ਟ ਜਿੰਨਾ ਮਰਜ਼ੀ ਹੋ ਜਾਵੇ, ਪਰ ਅੰਦਰੋਂ ਉਹ ਆਨੰਦ ਵਾਲੀ ਅਵਸਥਾ ਕਦੇ ਨਾ ਖਤਮ ਹੋਵੇ। ਸਰੀਰਕ ਕਸ਼ਟ ਭਾਵੇਂ ਜਿੰਨਾ ਮਰਜ਼ੀ ਆ ਜਾਵੇ, ਕੋਈ ਬਿਮਾਰੀ ਆ ਜਾਵੇ, ਕੋਈ ਘਟਨਾ ਵਾਪਰ ਜਾਵੇ, ਤਾਂ ਕੁਦਰਤੀ ਹੈ, ਕੋਈ ਵੀ ਵਰਤ ਸਕਦਾ। ਨਿਯਮ ਦੇ ਵਿੱਚ ਹੇਰ ਫੇਰ ਹੋਈ, ਕਦੇ ਆਪਾਂ ਨਿਯਮ ਤੋਂ ਬਾਹਰ ਹੋ ਗਏ ਤਾਂ ਦੁਰਘਟਨਾ ਵਾਪਰ ਜਾਂਦੀ ਹੈ। ਐਕਸੀਡੈਂਟ ਵਗੈਰਾ ਤਾਂ ਹੀ ਹੁੰਦੇ ਨੇ ਨਾ, ਜੇ ਕਿਤੇ ਨਿਯਮ ਦੇ ਵਿੱਚ ਘਾਟਵਾਦ ਹੋ ਗਈ, ਕਿਤੇ ਜਿਹੜੀ ਰਫਤਾਰ ਤੇਜ਼ ਹੋ ਗਈ, ਓਵਰ ਕੱਟ ਹੋ ਗਿਆ, ਤਾਂ ਹੀ ਹੁੰਦੇ ਨੇ ਨਾ ਐਕਸੀਡੈਂਟ। ਬਸ ਜਿੱਥੇ ਕਮੀ ਆ ਗਈ ਉੱਥੇ ਦੁਰਘਟਨਾ ਵਾਪਰਨੀ ਹੈ। ਪਰ ਕਹਿੰਦੇ ਤੇਰੇ ਅੰਦਰ ਦੇ ਵਿੱਚ ਕਦੇ ਵੀ ਤੇਰੇ ਅੰਦਰੋਂ ਉਹ ਨਿਯਮ ਖਤਮ ਨਾ ਹੋਵੇ, ਪਰਮਾਤਮਾ ਵਾਲਾ ਉਹ ਅੰਦਰ ਹਮੇਸ਼ਾ ਵਸਿਆ ਰਹਿਣਾ ਚਾਹੀਦਾ ਹੈ। ਤੂੰ ਅੰਦਰੋਂ ਨਿਯਮ ਦੇ ਵਿੱਚ ਰਹਿ, ਬਾਹਰੋਂ ਭਾਵੇਂ ਸਰੀਰਕ ਕਸ਼ਟ ਜਿੰਨਾ ਮਰਜ਼ੀ ਹੋਵੇ ਉਹ ਤੈਨੂੰ ਅੰਦਰੋਂ ਦੁਖੀ ਨਾ ਕਰ ਦੇਵੇ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹ ਅਰ ਪੈ ਨਹੀਂ ਜਾਕੈ। ਕੰਚਨ ਮਾਟੀ ਮਾਨੈ ਦਾਤਾ ਜੀ ਰਹਿਮਤ ਕਰਨ। ਇਸ ਆਨੰਦ ਦੀ ਵਿਆਖਿਆ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਈਏ, ਸਮਝਣ ਦਾ ਯਤਨ ਕਰੀਏ। ਅਤੇ ਆਉਂਦੇ ਸਮੇਂ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਆਨੰਦ ਸਾਹਿਬ ਦੀਆਂ ਅਗਲੇਰੀਆਂ ਪੌੜੀਆਂ ਦੇ ਵਿਚਾਰ ਇਸੇ ਲੜੀ ਦੇ ਵਿੱਚ ਸਮਝਣ ਦਾ ਯਤਨ ਕਰਾਂਗੇ। ਸਤਿਗੁਰੂ ਸਮੱਤ ਬਖਸ਼ੇ। ਸਬੋਲਦਿਆਂ ਪਾਸੋਂ ਪਾਈ ਅਨੇਕਾਂ ਭੁੱਲਾਂ ਹੋਣੀਆਂ ਸੁਭਾਵਿਕ ਨੇ, ਸਤਿਗੁਰੂ ਜੀ ਬਖਸ਼ਣ ਯੋਗ ਨੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।